ਸਾਰੇ ਹੀ ਬੱਚਿਆਂ ਨੂੰ ਜੈ ਯਿਸੂ ਮਸੀਹ ਦੀ। ਅੱਜ ਅਸੀਂ ਕੈਟੇਕਿਜ਼ਮ ਬੁੱਕ ਜਮਾਤ 8 ਯਿਸੂ ਨਾਲ ਚੱਲਣਾ ਵਿੱਚੋਂ 6ਵਾਂ ਅਧਿਆਇ ਦੇਖਾਂਗੇ, ਜੋ ਕਿ ਹੈ ਪ੍ਰਭੂ ਯਿਸੂ ਪਾਪੀਆਂ ਲਈ ਆਇਆ, ਜੋ ਕਿ 30 ਪੇਜ ਤੇ ਹੈ। ਪ੍ਰਭੂ ਯਿਸੂ ਪਾਪੀਆਂ ਲਈ ਆਇਆ। ਇਸ ਦਾ ਪਹਿਲਾ ਪੈਰਾ ਹੈ ਉਜਾੜੂ ਪੁੱਤਰ ਦੀ ਤਮਸੀਲ। ਉਸਨੇ ਫਿਰ ਕਿਹਾ, ਇੱਕ ਆਦਮੀ ਦੇ 2 ਪੁੱਤਰ ਸਨ। ਉਹਨਾਂ ਵਿੱਚੋਂ ਛੋਟੇ ਨੇ ਆਪਣੇ ਪਿਤਾ ਨੂੰ ਕਿਹਾ, ਪਿਤਾ ਜੀ, ਜਾਇਦਾਦ ਦਾ ਜੋ ਹਿੱਸਾ ਮੇਰਾ ਬਣਦਾ ਹੈ ਉਹ ਮੈਨੂੰ ਦੇ ਦਿਓ। ਉਸਨੇ ਉਹਨਾਂ ਦੋਹਾਂ ਵਿੱਚ ਆਪਣੀ ਧਨ ਸੰਪਤੀ ਵੰਡ ਦਿੱਤੀ। ਕੁਝ ਦਿਨਾਂ ਬਾਅਦ ਛੋਟੇ ਪੁੱਤਰ ਨੇ ਆਪਣਾ ਸਭ ਕੁਝ ਇਕੱਠਾ ਕੀਤਾ ਅਤੇ ਕਿਸੇ ਦੂਰ ਦੁਰਾਂਡੇ ਦੇਸ਼ ਨੂੰ ਰਵਾਨਾ ਹੋ ਗਿਆ। ਉਸਨੇ ਆਪਣੀ ਧਨ ਸੰਪਤੀ ਰੰਗ ਰਲੀਆਂ ਵਿੱਚ ਉਡਾ ਦਿੱਤੀ। ਜਦੋਂ ਉਸਨੇ ਸਭ ਕੁਝ ਖਰਚ ਕਰ ਲਿਆ ਤਾਂ ਉਸ ਦੇਸ਼ ਵਿੱਚ ਇੱਕ ਵੱਡਾ ਅਕਾਲ ਪੈ ਗਿਆ ਅਤੇ ਉਸਨੂੰ ਤੰਗੀ ਮਹਿਸੂਸ ਹੋਣ ਲੱਗੀ। ਇਸ ਲਈ ਉਹ ਜਾ ਕੇ ਉਸ ਦੇਸ਼ ਦੇ ਇੱਕ ਨਾਗਰਿਕ ਦਾ ਨੌਕਰ ਬਣ ਗਿਆ, ਜਿਸ ਨੇ ਉਸ ਨੂੰ ਆਪਣੇ ਖੇਤਾਂ ਵਿੱਚ ਸੂਰ ਚਰਾਉਣ ਲਈ ਘੱਲ ਦਿੱਤਾ। ਉਹ ਉਹਨਾਂ ਫਲੀਆਂ ਨੂੰ ਜਿਹੜੀਆਂ ਸੂਰ ਖਾਂਦੇ ਸਨ ਖੁਸ਼ੀ ਨਾਲ ਖਾ ਕੇ ਆਪਣਾ ਪੇਟ ਭਰਦਾ ਅਤੇ ਕਿਸੇ ਨੇ ਉਸ ਨੂੰ ਕੁਝ ਨਾ ਦਿੱਤਾ। ਪਰ ਜਦੋਂ ਉਹ ਆਪਣੇ ਆਪ ਵਿੱਚ ਆਇਆ ਤਾਂ ਉਸ ਨੇ ਕਿਹਾ, ਮੇਰੇ ਪਿਤਾ ਦੇ ਕਿੰਨੇ ਹੀ ਮਜ਼ਦੂਰਾਂ ਕੋਲ ਜ਼ਰੂਰਤ ਤੋਂ ਜ਼ਿਆਦਾ ਰੋਟੀ ਹੈ, ਪਰ ਮੈਂ ਇੱਥੇ ਭੁੱਖਾ ਮਰ ਰਿਹਾ ਹਾਂ। ਮੈਂ ਉੱਠਾਂਗਾ ਅਤੇ ਆਪਣੇ ਪਿਤਾ ਕੋਲ ਜਾਵਾਂਗਾ ਅਤੇ ਮੈਂ ਉਸ ਨੂੰ ਆਖਾਂਗਾ, ਪਿਤਾ ਜੀ, ਮੈਂ ਸਵਰਗ ਦੇ ਖਿਲਾਫ ਅਤੇ ਤੁਹਾਡੇ ਖਿਲਾਫ ਪਾਪ ਕੀਤਾ ਹੈ। ਹੁਣ ਮੈਂ ਤੁਹਾਡਾ ਪੁੱਤਰ ਅਖਵਾਉਣ ਦੇ ਯੋਗ ਨਹੀਂ ਰਿਹਾ। ਮੈਨੂੰ ਆਪਣੇ ਨੌਕਰਾਂ ਵਿੱਚ ਇੱਕ ਮਜ਼ਦੂਰ ਵਾਂਗ ਰੱਖ ਲਓ। ਫਿਰ ਉਹ ਉੱਠਿਆ ਅਤੇ ਆਪਣੇ ਪਿਤਾ ਕੋਲ ਗਿਆ, ਪਰ ਜਦੋਂ ਉਹ ਦੂਰ ਹੀ ਸੀ ਤਾਂ ਉਸਦੇ ਪਿਤਾ ਨੇ ਉਸ ਨੂੰ ਆਉਂਦੇ ਦੇਖ ਲਿਆ ਅਤੇ ਉਸਨੇ ਉਸ ਨੂੰ ਚੁੰਮਿਆ। ਤਦ ਪੁੱਤਰ ਨੇ ਉਸ ਨੂੰ ਕਿਹਾ, ਪਿਤਾ ਜੀ, ਮੈਂ ਸਵਰਗ ਦੇ ਅਤੇ ਤੁਹਾਡੇ ਖਿਲਾਫ ਪਾਪ ਕੀਤਾ ਹੈ। ਹੁਣ ਮੈਂ ਤੁਹਾਡਾ ਪੁੱਤਰ ਖਵਾਉਣ ਦੇ ਯੋਗ ਨਹੀਂ ਰਿਹਾ। ਮੈਨੂੰ ਆਪਣੇ ਨੌਕਰਾਂ ਵਿੱਚ ਇੱਕ ਮਜ਼ਦੂਰ ਵਾਂਗ ਰੱਖ ਲਵੋ। ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ, ਛੇਤੀ ਕਰੋ, ਸਭ ਤੋਂ ਚੰਗੀ ਪੋਸ਼ਾਕ ਲਿਆਓ ਅਤੇ ਇਸ ਨੂੰ ਵਧੀਆ ਪੋਸ਼ਾਕ ਪਹਿਨਾਓ ਅਤੇ ਇਸ ਦੇ ਹੱਥਾਂ ਵਿੱਚ ਅੰਗੂਠੀ ਅਤੇ ਪੈਰਾਂ ਵਿੱਚ ਜੁੱਤੀ ਪਵਾਓ ਅਤੇ ਪਲਿਆ ਹੋਇਆ ਮੋਟਾ ਵੇਕੜਾ ਲਿਆਓ ਅਤੇ ਵੱਢੋ। ਆਓ ਅਸੀਂ ਖਾਈਏ ਅਤੇ ਜਸ਼ਨ ਮਨਾਈਏ, ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ ਅਤੇ ਫਿਰ ਜਿਉਂਦਾ ਹੋ ਗਿਆ ਹੈ। ਇਹ ਗਵਾਚ ਗਿਆ ਸੀ ਅਤੇ ਲੱਭ ਪਿਆ ਹੈ। ਉਹ ਜਸ਼ਨ ਮਨਾਉਣ ਲੱਗ ਪਏ। ਉਜਾੜੂ ਪੁੱਤਰ ਦੀ ਇਹ ਕਹਾਣੀ ਦੇ ਦੁਆਰਾ ਪ੍ਰਭੂ ਯਿਸੂ ਨੇ ਇਹ ਉਦਾਹਰਨ ਦਿੱਤੀ, ਜਿਹੜੇ ਪਾਪੀ ਆਪਣੇ ਪਾਪਾਂ ਦਾ ਪਛਤਾਵਾ ਕਰਦੇ ਹਨ, ਉਹਨਾਂ ਦੇ ਲਈ ਖੁਦਾ ਦੀ ਦਇਆ ਅਸੀਮਤ ਹੁੰਦੀ ਹੈ। ਯਿਸੂ ਨੇ ਉਸ ਧਰਮ ਪਿਤਾ ਪਰਮੇਸ਼ਵਰ ਦੇ ਮਹਾਨ ਪਿਆਰ ਨੂੰ ਦਰਸਾਇਆ, ਜੋ ਸਬਰ ਨਾਲ ਪਾਪੀਆਂ ਦੇ ਮੁੜ ਵਾਪਸ ਆਉਣ ਦਾ ਸਬਰ ਨਾਲ ਇੰਤਜ਼ਾਰ ਕਰਦਾ ਹੈ ਅਤੇ ਜੋ ਪਛਤਾਉਂਦੇ ਹਨ ਉਹਨਾਂ ਲਈ ਦਇਆਵਾਨ ਹੈ। ਅਗਲਾ ਹੈ ਗੁਆਚੀ ਭੇਡ ਦੀ ਤਮਸੀਲ। ਪ੍ਰਭੂ ਯਿਸੂ ਚੰਗਾ ਚਰਵਾਹਾ ਹੈ ਜੋ ਆਪਣੀ ਗੁਆਚੀਆਂ ਹੋਈਆਂ ਭੇਡਾਂ ਦੀ ਭਾਲ ਵਿੱਚ ਜਾਂਦਾ ਹੈ। ਇਸ ਲਈ ਪ੍ਰਭੂ ਯਿਸੂ ਨੇ ਇੱਕ ਤਮਸੀਲ ਸੁਣਾਈ। ਤੁਹਾਡੇ ਵਿੱਚ ਕੌਣ ਅਜਿਹਾ ਆਦਮੀ ਹੈ ਜਿਸ ਦੀਆਂ 100 ਭੇਡਾਂ ਹੋਣ ਅਤੇ ਉਹਨਾਂ ਵਿੱਚੋਂ ਜੇਕਰ ਇੱਕ ਭੇਡ ਗੁਆਚ ਜਾਂਦੀ ਹੈ ਤਾਂ 99 ਨੂੰ ਉਜਾੜ ਵਿੱਚ ਛੱਡ ਕੇ ਉਸ ਗੁਆਚੀ ਹੋਈ ਨੂੰ ਉਦੋਂ ਤੱਕ ਨਹੀਂ ਲੱਭਦਾ ਜਦੋਂ ਤੱਕ ਉਹ ਉਸ ਨੂੰ ਮਿਲ ਨਾ ਜਾਵੇ। ਜਦੋਂ ਉਹ ਉਸ ਨੂੰ ਲੱਭ ਜਾਂਦੀ ਹੈ ਤਦ ਉਹ ਖੁਸ਼ੀ-ਖੁਸ਼ੀ ਉਸ ਨੂੰ ਆਪਣੇ ਮੋਢਿਆਂ ਉੱਤੇ ਰੱਖ ਲੈਂਦਾ ਹੈ ਅਤੇ ਜਦੋਂ ਘਰ ਆ ਜਾਂਦਾ ਹੈ ਤਾਂ ਉਹ ਆਪਣੇ ਦੋਸਤਾਂ ਅਤੇ ਗੁਆਂਢੀਆਂ ਨੂੰ ਇਹ ਕਹਿ ਕੇ ਇਕੱਠੇ ਬੁਲਾਉਂਦਾ ਹੈ, ਮੇਰੇ ਨਾਲ ਖੁਸ਼ੀ ਮਨਾਓ, ਕਿਉਂਕਿ ਮੈਂ ਆਪਣੇ ਗੁਆਚੀ ਹੋਈ ਭੇਡ ਲੱਭ ਲਈ ਹੈ। ਮੈਂ ਤੁਹਾਨੂੰ ਕਹਿੰਦਾ ਹਾਂ, ਠੀਕ ਇਸੇ ਤਰ੍ਹਾਂ 99 ਧਰਮੀ ਵਿਅਕਤੀਆਂ ਦੀ ਤੁਲਨਾ ਵਿੱਚ ਜਿਨ੍ਹਾਂ ਨੂੰ ਪਛਤਾਵੇ ਦੀ ਲੋੜ ਨਹੀਂ, ਪਛਤਾਵਾ ਕਰਨ ਵਾਲੇ ਪਾਪੀ ਲਈ ਸਵਰਗ ਵਿੱਚ ਵਧੇਰੇ ਖੁਸ਼ੀ ਮਨਾਈ ਜਾਂਦੀ ਹੈ। ਪ੍ਰਭੂ ਯਿਸੂ ਨੇ ਇਹ ਰੂਪ ਕਥਾ ਫਰੀਸੀਆਂ ਅਤੇ ਮਸੂਲੀਆਂ ਨੂੰ ਉਦਾਹਰਨ ਵਜੋਂ ਪੇਸ਼ ਕੀਤੀ, ਜੋ ਉਸਨੇ ਪਾਪੀਆਂ ਅਤੇ ਮਸੂਲੀਆਂ ਲਈ ਸੰਬੰਧਿਤ ਹੋਣ ਦਾ ਦੋਸ਼ ਲਗਾਉਂਦੇ ਹਨ। ਇਸ ਦੇ ਦੁਆਰਾ ਉਸਨੇ ਇਹ ਦਰਸਾਇਆ ਕਿ ਸਵਰਗ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੋਵੇਗੀ ਉਸ ਪਾਪੀ ਤੇ ਜੋ ਪਛਤਾਉਂਦਾ ਹੈ। ਅੱਗੇ ਹੈ ਗੁਆਚੇ ਸਿੱਕੇ ਦੀ ਤਮਸੀਲ। ਪ੍ਰਭੂ ਯਿਸੂ ਮਸੀਹ ਗੁਆਚਿਆ ਹੋਇਆਂ ਪ੍ਰਤੀ ਕਿੰਨਾ ਫਿਕਰਮੰਦ ਹੈ, ਇਸ ਦਾ ਸਬੂਤ ਉਸਨੇ ਇੱਕ ਹੋਰ ਰੂਪ ਕਥਾ ਦੁਆਰਾ ਦਰਸਾਇਆ, ਇਹ ਕਹਿੰਦੇ ਹੋਏ, ਅਜਿਹੀ ਕਿਹੜੀ ਔਰਤ ਹੈ ਜਿਸ ਕੋਲ ਚਾਂਦੀ ਦੇ 10 ਸਿੱਕੇ ਹੋਣ ਅਤੇ ਜੇਕਰ ਉਸਦਾ ਇੱਕ ਸਿੱਕਾ ਗੁਆਚ ਜਾਵੇ ਤਾਂ ਉਹ ਦੀਵਾ ਬਾਲ ਕੇ ਘਰ ਵਿੱਚ ਝਾੜੂ ਫੇਰ ਕੇ ਬੜੇ ਗੂਹ ਨਾਲ ਉਸ ਸਮੇਂ ਤੱਕ ਉਸ ਨੂੰ ਤਲਾਸ਼ ਨਹੀਂ ਕਰੇਗੀ ਜਦੋਂ ਤੱਕ ਉਹ ਉਸ ਨੂੰ ਲੱਭ ਨਹੀਂ ਜਾਂਦਾ, ਅਤੇ ਜਦੋਂ ਸਿੱਕਾ ਉਸ ਨੂੰ ਮਿਲ ਜਾਂਦਾ ਹੈ ਤਾਂ ਆਪਣੀਆਂ ਸਹੇਲੀਆਂ ਅਤੇ ਗੁਆਂਢਣਾਂ ਨੂੰ ਇਹ
कह के बुलाउंदी है, मेरे नाल खुशी मनाओ क्योंकि मैं अपना गवाचिया होया सेका लभ लिया है। मैं तुहानू कहंदा हां, ठीक इसे तरह पछतावा करन वाले एक पापी लई खुदा दे फरिश्ते खुशी मनाउंदे हन। अगे है पापन औरत नू माफ़ किया जाना। फरीसियां विचों एक ने यीशु नू अपने नाल भोजन करन लई बुलाया अते ओह उस फरीसी दे घर गया अते भोजन लई बैठिया। उस शहर दी एक औरत जो पापन सी, ਇਹ सुन के कि यीशु उस फरीसी दे घर भोजन करन लई बैठिया है, अपने नाल संगमरमर दे भांडे विच खुशबूदार तेल लैके आई। ਉਹ रोंदी हुई उसदे पिछे उसदे पैरां लागे खलो गई अते अपने अथरूआं नाल उसदे पैरां नूं भिओ दिता। फिर उसने अपने सिर दे वालां नाल उसदे पैरां नूं पूंजिया अते उन्हां नूं चुम्मिया अते उन्हां उत्ते खुशबूदार तेल मलिया। उस फरीसी ने जिसने यीशु नूं दावत दित्ती सी ਇਹ सब कुछ वेख्या अते अपने मन विच कहा, जेकर ਇਹ आदमी नबी हुंदा तां ਇਹ जान लैंदा कि इस नूं छूण वाली औरत कौन है अते किहो जही है, क्योंकि ਇਹ पापण है। यीशु ने उस नूं उत्तर दिंदे होए कहा, शमाउन, मैं तुहानू कुछ कहना चाहुंदा हां। उसने उत्तर दिता, ਉਹ की है गुरु जी। एक शाहूकार दे दो करजदार सन, एक दा करजा 5000 100 दिनार सी अते दूजे दा 50। जद ਉਹ ਕਰਜ਼ਾ ਨਾ ਚੁਕਾ ਸਕੇ ਤਾਂ ਉਹਨਾਂ ਦੋਹਾਂ ਨੂੰ ਮਾफ़ ਕੀਤਾ ਜਾਂਦਾ ਹੈ। ਹੁਣ ਉਹਨਾਂ ਵਿੱਚੋਂ ਕੌਣ ਉਸ ਨੂੰ ਜ਼ਿਆਦਾ ਪਿਆਰ ਕਰੇਗਾ? ਸ਼ਮਾਉਨ ਨੇ ਉੱਤਰ ਦਿੱਤਾ, ਮੈਂ ਸਮਝਦਾ ਹਾਂ ਉਹ ਜਿਸ ਦਾ ਜ਼ਿਆਦਾ ਮਾफ़ ਹੋ ਗਿਆ ਹੈ। ਉਸਨੇ ਉਸ ਨੂੰ ਕਿਹਾ, ਤੁਸੀਂ ਸਹੀ ਫੈਸਲਾ ਕੀਤਾ ਹੈ। ਫਿਰ ਉਸਨੇ ਉਸ ਔਰਤ ਵੱਲ ਮੂੰਹ ਕਰਕੇ ਸ਼ਮਾਉਨ ਨੂੰ ਕਿਹਾ ਕਿ ਤੁਸੀਂ ਇਸ ਔਰਤ ਨੂੰ ਵੇਖਦੇ ਹੋ, ਮੈਂ ਤੁਹਾਡੇ ਘਰ ਆਇਆ, ਤੁਸੀਂ ਮੇਰੇ ਪੈਰ ਧੋਣ ਲਈ ਪਾਣੀ ਨਾ ਦਿੱਤਾ, पर इसने अपने अथरूआं नाल मेरे पैरां नूं भिओया अते अपने वालां नाल उस नूं पूंझिया है। तुसीं मैनूं ना चुम्मिया, पर जदों मैं इत्थे आया हाँ उसे समय तो ही ये मेरे पैरां नूं चुम्मदी हटदी नहीं। तुसीं मेरे सिर उत्ते तेल नहीं मलिया, पर इसने मेरे पैरां नूं खुशबूदार तेल मलिया है। इसलिए मैं तुहानूं कहंदा हाँ, इसदे पाप जो बहुत सारे हन माफ़ हो गए हन, क्योंकि इसने बहुत प्यार किया। पर वो जिसनूं थोड़ा माफ़ होया वो थोड़ा प्यार करता है। पर उसने औरत नूं कहा, तुहाडे पाप माफ़ हो गए हैं। तद वो जेड़े उसदे नाल भोजन करन बैठे सन आपो विच कहन लगे, ये कौन है जो पाप भी माफ़ करता है? फिर उसने औरत नूं कहा, तुहाडे ईमान ने तुहाडा बचा किया है, शांति नाल जाओ। इस तो बाद है विचार करदी फड़ी गई औरत। वड्डे सवेरे ही वो फिर हैकल विच आया। सारे लोग उसदे कोल आ गए अते उसने बैठ के उन्हां नूं सिक्ख्या दित्ती। धर्म ग्रंथियां ते फरीसियां ने एक औरत नूं उस कोल लिआंदा जो विचार करदी फड़ी गई सी अते उस नूं विचकार खड़ी करके उन्हां ने उस नूं कहा, रब्बी, ये औरत विचार करदी फड़ी गई है। धर्म विधान विच मूसा ने सानूं अजिही औरतां नूं पथराव करन दी आग्या दित्ती है। तुसीं इस औरत बारे की कहंदे हो? उसने ये उसकी ਪ੍ਰੀਖਿਆ लैण लई कहा सी तां जो उस उत्ते दोष लाउण ਅਤੇ ਉਹਨਾਂ ਨੂੰ ਕੋਈ ਬਹਾਨਾ ਮਿਲ ਜਾਵੇ। ਯਿਸੂ ਝੁੱਕ ਕੇ ਆਪਣੀ ਉਂਗਲੀ ਨਾਲ ਜ਼ਮੀਨ ਉੱਤੇ ਲਿਖਣ ਲੱਗ ਪਿਆ। ਜਦੋਂ ਲੋਕ ਲਗਾਤਾਰ ਉਸ ਨੂੰ ਪੁੱਛਦੇ ਰਹੇ ਤਾਂ ਉਹ ਖੜਾ ਹੋ ਗਿਆ ਅਤੇ ਉਸਨੇ ਕਿਹਾ, ਤੁਹਾਡੇ ਵਿੱਚ ਜੋ ਬਿਨਾਂ ਪਾਪ ਦੇ ਹੈ ਉਹ ਇਸ ਔਰਤ ਨੂੰ ਪਹਿਲਾਂ ਪੱਥਰ ਮਾਰੇ। ਅਤੇ ਇੱਕ ਵਾਰ ਫਿਰ ਉਹ ਝੁੱਕ ਕੇ ਜ਼ਮੀਨ ਉੱਤੇ ਆਪਣੀ ਉਂਗਲੀ ਨਾਲ ਲਿਖਣ ਲੱਗਾ। ਪਰ ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਉਹ ਸਭ ਤੋਂ ਵੱਡੇ ਤੋਂ ਸ਼ੁਰੂ ਹੋ ਕੇ ਇੱਕ ਇੱਕ ਕਰਕੇ ਸਾਰੇ ਉੱਥੋਂ ਚਲੇ ਗਏ ਅਤੇ ਯਿਸੂ ਇਕੱਲਾ ਉਸ ਔਰਤ ਨਾਲ ਰਹਿ ਗਿਆ ਜੋ ਉਸਦੇ ਸਾਹਮਣੇ ਖੜੀ ਸੀ। ਯਿਸੂ ਨੇ ਸਿੱਧਾ ਖੜਾ ਹੋ ਕੇ ਵੇਖਿਆ ਤੇ ਉਸ ਨੂੰ ਕਿਹਾ, ਬੀਬੀ, ਉਹ ਸਾਰੇ ਕਿੱਥੇ ਹਨ? ਕਿ ਕਿਸੇ ਨੇ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਇਆ? ਉਸਨੇ ਕਿਹਾ, ਕਿਸੇ ਇੱਕ ਨੇ ਵੀ ਨਹੀਂ। ਪ੍ਰਭੂ ਯਿਸੂ ਨੇ ਉਸ ਨੂੰ ਕਿਹਾ, ਮੈਂ ਤੈਨੂੰ ਦੋਸ਼ੀ ਨਹੀਂ ਠਹਿਰਾਉਂਦਾ ਹਾਂ, ਜਾ ਫਿਰ ਪਾਪ ਨਾ ਕਰੀ। ਇੱਥੇ ਇਹ ਪਾਠ ਖਤਮ ਹੁੰਦਾ ਹੈ। ਹੁਣ ਅਸੀਂ ਇਸ ਪਾਠ ਦੇ ਸਵਾਲ ਜਵਾਬ ਦੇਖਾਂਗੇ ਜੋ ਕਿ 33 ਪੇਜ 'ਤੇ ਹਨ। कुल 5 सवाल जवाब हैं। पहला सवाल है, उजाड़ू पुत्र ने अपने पापा के पछतावे लिए की फैसला किया? उजाड़ू पुत्र ने अपने पापा के पछतावे लिए की फैसला किया? इसका उत्तर 30 पेज पे है। उजाड़ू पुत्र की तमसील पैरे विच उसकी 7वीं लाइन दे विच, पर जदों वो अपने आप विच आया तो उसने कहा, मेरे पिता के किन्ने ही मजदूरां कोल
ਜ਼ਰੂਰਤ ਤੋਂ ਜ਼ਿਆਦਾ ਰੋਟੀ ਹੈ, ਪਰ ਮੈਂ ਇੱਥੇ ਭੁੱਖਾ ਮਰ ਰਿਹਾ ਹਾਂ। ਮੈਂ ਉੱਠਾਂਗਾ ਅਤੇ ਆਪਣੇ ਪਿਤਾ ਕੋਲ ਜਾਵਾਂਗਾ ਅਤੇ ਮੈਂ ਉਸ ਨੂੰ ਆਖਾਂਗਾ, ਪਿਤਾ ਜੀ, ਮੈਂ ਸਵਰਗ ਦੇ ਖਿਲਾਫ ਅਤੇ ਤੁਹਾਡੇ ਸਾਹਮਣੇ ਪਾਪ ਕੀਤਾ ਹੈ। ਹੁਣ ਮੈਂ ਤੁਹਾਡਾ ਪੁੱਤਰ ਰਖਵਾਉਣ ਦੇ ਯੋਗ ਨਹੀਂ ਰਿਹਾ। ਮੈਨੂੰ ਆਪਣੇ ਨੌਕਰਾਂ ਵਿੱਚ ਇੱਕ ਮਜ਼ਦੂਰ ਵਾਂਗ ਰੱਖ ਲਓ। ਫਿਰ ਉਹ ਉੱਠਿਆ ਅਤੇ ਆਪਣੇ ਪਿਤਾ ਕੋਲ ਗਿਆ। ਦੂਸਰਾ ਪ੍ਰਸ਼ਨ ਹੈ, ਉਜਾੜੂ ਪੁੱਤਰ ਦੀ ਤਮਸੀਲ ਦੁਆਰਾ ਪ੍ਰਭੂ ਯਿਸੂ ਨੇ ਕੀ ਪ੍ਰਗਟ ਕੀਤਾ? ਉਜਾੜੂ ਪੁੱਤਰ ਦੀ ਤਮਸੀਲ ਦੁਆਰਾ ਪ੍ਰਭੂ ਯਿਸੂ ਨੇ ਕੀ ਪ੍ਰਗਟ ਕੀਤਾ? ਇਸ ਦਾ ਉੱਤਰ 31 ਪੇਜ ਤੇ ਹੈ। ਉਜਾੜੂ ਪੁੱਤਰ ਦੀ ਤਮਸੀਲ ਦਾ ਆਖਰੀ ਪੈਰਾ। ਉਜਾੜੂ ਪੁੱਤਰ ਦੀ ਕਹਾਣੀ ਦੇ ਦੁਆਰਾ ਪ੍ਰਭੂ ਯਿਸੂ ਨੇ ਇਹ ਉਦਾਹਰਨ ਦਿੱਤੀ, ਜਿਹੜੇ ਪਾਪੀ ਆਪਣੇ ਪਾਪ ਦਾ ਪਛਤਾਵਾ ਕਰਦੇ ਹਨ, ਉਹਨਾਂ ਦੇ ਲਈ ਖੁਦਾ ਦੀ ਦਇਆ ਅਸੀਮਤ ਹੁੰਦੀ ਹੈ। ਯਿਸੂ ਨੇ ਉਸ ਧਰਮ ਪਿਤਾ ਪਰਮੇਸ਼ਵਰ ਦੇ ਮਹਾਨ ਪਿਆਰ ਨੂੰ ਦਰਸਾਇਆ, ਜੋ ਸਬਰ ਨਾਲ ਪਾਪੀਆਂ ਦੇ ਮੁੜ ਵਾਪਸ ਆਉਣ ਦਾ ਸਬਰ ਨਾਲ ਇੰਤਜ਼ਾਰ ਕਰਦਾ ਹੈ ਅਤੇ ਜੋ ਪਛਤਾਉਂਦੇ ਹਨ ਉਹਨਾਂ ਲਈ ਦਇਆਵਾਨ ਹੈ। ਤੀਸਰਾ ਪ੍ਰਸ਼ਨ, ਗੁਆਚੀ ਭੇਡ ਦੀ ਤਮਸੀਲ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਗੁਆਚੀ ਭੇਡ ਦੀ ਤਮਸੀਲ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਇਸ ਦਾ ਉੱਤਰ ਵੀ 31 ਪੇਜ ਤੇ ਹੈ। ਗੁਆਚੀ ਭੇਡ ਦੀ ਤਮਸੀਲ, ਉਸ ਦਾ ਦੂਸਰਾ ਪੈਰਾ। ਪ੍ਰਭੂ ਯਿਸੂ ਨੇ ਇਹ ਰੂਪ ਕਥਾ ਫਰੀਸੀਆਂ ਅਤੇ ਮਸੂਲੀਆਂ ਦੀ ਉਦਾਹਰਨ ਵਜੋਂ ਪੇਸ਼ ਕੀਤੀ, ਜੋ ਉਸ ਨੂੰ ਪਾਪੀਆਂ ਅਤੇ ਮਸੂਲੀਆਂ ਨਾਲ ਸੰਬੰਧਿਤ ਹੋਣ ਦਾ ਦੋਸ਼ ਲਗਾਉਂਦੇ ਸਨ। ਇਸ ਦੇ ਦੁਆਰਾ ਉਸਨੇ ਇਹ ਵੀ ਦਰਸਾਇਆ ਕਿ ਸਵਰਗ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੋਵੇਗੀ ਉਸ ਪਾਪੀ ਤੇ ਪਛਤਾਉਣ ਤੇ ਜੋ ਪਛਤਾਵਾ ਕਰਦਾ ਹੈ। ਇਹ ਸੀ ਤੀਸਰਾ ਉੱਤਰ। ਹੁਣ ਅਸੀਂ ਚੌਥਾ ਪ੍ਰਸ਼ਨ ਦੇਖਾਂਗੇ, ਪਾਪਣ ਔਰਤ ਦੇ ਸਾਰੇ ਪਾਪ ਕਿਉਂ ਮਾਫ ਹੋ ਗਏ? ਪਾਪਣ ਔਰਤ ਦੇ ਸਾਰੇ ਪਾਪ ਕਿਉਂ ਮਾਫ ਹੋ ਗਏ? ਇਸ ਦਾ ਉੱਤਰ 32 ਪੇਜ ਤੇ ਹੈ। ਪਾਪਣ ਔਰਤ ਨੂੰ ਮਾਫ ਕੀਤਾ ਜਾਣਾ, ਉਸਦੇ 32 ਪੇਜ ਤੋਂ 13ਵੀਂ ਲਾਈਨ, ਜੋ ਉਸਦਾ ਪੈਰਾ ਹੈ, ਉਸੇ 13ਵੀਂ ਲਾਈਨ ਤੋਂ ਅਸੀਂ ਦੇਖਾਂਗੇ। ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਇਸ ਦੇ ਪਾਪ ਜੋ ਬਹੁਤ ਸਾਰੇ ਹਨ ਮਾਫ ਹੋ ਗਏ ਹਨ, ਕਿਉਂਕਿ ਇਸਨੇ ਬਹੁਤ ਪਿਆਰ ਕੀਤਾ। ਪਰ ਉਹਨਾਂ ਜਿਸ ਦਾ ਥੋੜਾ ਮਾਫ ਹੋਇਆ ਹੈ, ਉਹ ਥੋੜਾ ਪਿਆਰ ਕਰਦੇ ਹਨ। ਫਿਰ ਉਸਨੇ ਔਰਤ ਨੂੰ ਕਿਹਾ, ਤੁਹਾਡੇ ਪਾਪ ਮਾਫ ਹੋ ਗਏ ਹਨ। ਤਦ ਉਹ ਜਿਹੜੇ ਉਸਦੇ ਨਾਲ ਭੋਜਨ ਕਰਨ ਬੈਠੇ ਸਨ ਆਪੋ ਵਿੱਚ ਕਹਿਣ ਲੱਗੇ, ਇਹ ਕੌਣ ਹੈ ਜੋ ਪਾਪ ਵੀ ਮਾਫ ਕਰਦਾ ਹੈ? ਫਿਰ ਉਸਨੇ ਔਰਤ ਨੂੰ ਕਿਹਾ, ਤੁਹਾਡੇ ਈਮਾਨ ਨੇ ਤੁਹਾਨੂੰ ਬਚਾਇਆ ਹੈ, ਸ਼ਾਂਤੀ ਵਿੱਚ ਜਾਓ। ਇਹ ਸੀ ਚੌਥਾ ਪ੍ਰਸ਼ਨ, ਚੌਥਾ ਉੱਤਰ। ਹੁਣ ਅਸੀਂ ਪੰਜਵਾਂ ਪ੍ਰਸ਼ਨ ਦੇਖਾਂਗੇ, ਜੋ ਕਿ ਆਖਰੀ ਪ੍ਰਸ਼ਨ ਹੈ। ਪੰਜਵਾਂ ਪ੍ਰਸ਼ਨ, ਵਿਭਚਾਰ ਕਰਦੀ ਫੜੀ ਗਈ ਔਰਤ ਨੂੰ ਪ੍ਰਭੂ ਯਿਸੂ ਨੇ ਕੀ ਕਿਹਾ? ਵਿਭਚਾਰ ਕਰਦੀ ਫੜੀ ਗਈ ਔਰਤ ਨੂੰ ਪ੍ਰਭੂ ਯਿਸੂ ਨੇ ਕੀ ਕਿਹਾ? ਇਸ ਦਾ ਉੱਤਰ ਹੈ, ਵਿਭਚਾਰ ਕਰਦੀ ਫੜੀ ਗਈ ਔਰਤ, ਪੈਰਾ, ਉਸਦੀ 11ਵੀਂ ਲਾਈਨ। ਯਿਸੂ ਨੇ ਸਿੱਧਾ ਖੜਾ ਹੋ ਕੇ ਵੇਖਿਆ ਅਤੇ ਉਸ ਨੂੰ ਕਿਹਾ, ਬੀਬੀ, ਉਹ ਸਾਰੇ ਕਿੱਥੇ ਗਏ ਹਨ? ਕਿ ਕਿਸੇ ਨੇ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਇਆ? ਉਸਨੇ ਕਿਹਾ, ਕਿਸੇ ਇੱਕ ਨੇ ਵੀ ਨਹੀਂ ਪ੍ਰਭੂ। ਯਿਸੂ ਨੇ ਕਿਹਾ, ਮੈਂ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਉਂਦਾ ਹਾਂ, ਜਾ ਫਿਰ ਪਾਪ ਨਾ ਕਰੀ। ਇੱਥੇ ਸਾਰੇ ਪ੍ਰਸ਼ਨ ਖਤਮ ਹੁੰਦੇ ਹਨ। ਅਸੀਂ ਇਹ ਚੈਪਟਰ ਪੜ੍ਹ ਲਿਆ ਹੈ ਤੇ ਇਸੇ ਸਵਾਲ ਜਵਾਬੀ